ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਿਧਾਂਤਾਂ ਉੱਤੇ ਚੱਲ ਰਹੀ ਵਿਚਾਰ ਦੀ ਲੜੀ ਵਿੱਚ ਅੱਜ ਅਸੀਂ ਕ੍ਰੋਧ ਜੋ ਇੱਕ ਜਜ਼ਬਾ ਹੈ ਇਸ ਦੇ ਬਾਰੇ ਵਿਚਾਰ ਕਰਾਂਗੇ। ਤੋ ਗੁਰਬਾਣੀ ਵਿੱਚ ਜਿਵੇਂ ਕੱਲ੍ਹ ਦੀ ਵੀਡੀਓ ਵਿੱਚ ਅਸੀਂ ਕਾਮ ਦੇ ਉੱਤੇ ਵਿਚਾਰ ਕੀਤੀ ਸੀ ਕਿ ਕਾਮ ਸੰਸਾਰ ਸਮਾਜ ਨੂੰ ਚਲਾਉਂਦਾ ਵੀ ਹੈ ਅਤੇ ਕਾਮ ਦੀ ਵਧੀ ਹੋਈ ਬਿਰਤੀ ਵਿਗੜੀ ਹੋਈ ਬਿਰਤੀ ਸਤਿਆਨਾਸ਼ ਵੀ ਕਰਦੀ ਹੈ। ਇਸ ਤਰ੍ਹਾਂ ਕ੍ਰੋਧ ਹੈ। ਕ੍ਰੋਧ ਨੂੰ ਵੀ ਜੇ ਸਾਧ ਕੇ ਇਸ ਨੂੰ ਰਥ ਦੇ ਘੋੜੇ ਵਾਂਗ ਬਣਾਇਆ ਜਾਵੇ, ਸਾਧਿਆ ਹੋਇਆ ਘੋੜੇ ਦੀ ਤਰ੍ਹਾਂ, ਅਤੇ ਇਹ ਵੀ ਜੀਵਨ 'ਚ ਕਈ ਕੰਮ ਆ ਜਾਂਦਾ ਹੈ। ਕ੍ਰੋਧ ਨੂੰ ਤੇਜ ਵਿੱਚ ਬਦਲਿਆ ਜਾ ਸਕਦਾ ਹੈ। ਤੇਜ ਪ੍ਰਤਾਪ ਦੇ ਵਿੱਚ, ਅਣਖ ਗੈਰਤ ਦੇ ਵਿੱਚ, ਬਿਲਕੁਲ ਹੀ ਬੰਦੇ ਵਿੱਚ ਤੇਜ ਪ੍ਰਤਾਪ ਨਾ ਹੋਵੇ, ਅਣਖ ਗੈਰਤ ਨਾ ਹੋਵੇ, ਐਸਾ ਠੰਡਾ ਬੰਦਾ ਵੀ ਜਿਹੜਾ ਹੈ ਉਹ ਕਿਸੇ ਕੰਮ ਦਾ ਨਹੀਂ। ਤੋ ਇਸ ਲਈ ਕ੍ਰੋਧ ਨੂੰ ਵੀ ਸਾਧਨਾ ਪੈਂਦਾ ਹੈ। ਅਤੇ ਜੇ ਕ੍ਰੋਧ ਸਾਧਿਆ ਨਾ ਹੋਵੇ ਤਾਂ ਫਿਰ ਇਹਦੀ ਅਵਸਥਾ ਇਹ ਬਣਦੀ ਹੈ ਕਿ ਇਹਦੇ ਬਾਰੇ ਫਿਰ ਗੁਰਬਾਣੀ 'ਚ ਹੁਕਮ ਹਨ ਪੰਜਵੇਂ ਪਾਤਸ਼ਾਹ ਦੇ, ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਹੇ ਕ੍ਰੋਧ, ਤੂੰ ਜਿਹੜਾ ਕਲਾ ਦਾ ਮੂਲ ਹੈ, ਜੰਗ ਯੁੱਧ ਦਾ ਮੂਲ ਹੈ, ਕਦੰਚ ਕਰੁਣਾ ਨਾ ਉਪਰਜਤੇ। ਕਦੇ ਵੀ ਜਦੋਂ ਤੇਰੇ ਪ੍ਰਭਾਵ ਥੱਲੇ ਇਨਸਾਨ ਹੁੰਦਾ ਅਤੇ ਉਹਦੇ ਵਿੱਚ ਕਰੁਣਾ ਭਾਵ, ਰਹਿਮ ਦਿਲੀ, ਤਰਸ ਕਦੇ ਵੀ ਨਹੀਂ ਪੈਦਾ ਹੁੰਦਾ। ਬੇਖੰਤ ਜੀਵਨ ਵਸਿੰ ਕ੍ਰੋਧ ਨਿਰਤਰੰ ਕ੍ਰੋਧ ਜਥਾ ਮਰਕਟੇ। ਮਰਕਟ ਕਹਿੰਦੇ ਨੇ ਬਾਂਦਰ ਨੂੰ। ਜਿਵੇਂ ਬੰਦਰ ਨਾਚ ਕਰਦਾ ਹੈ, ਜਦੋਂ ਕ੍ਰੋਧ ਵਿੱਚ ਬੰਦਾ ਹੋਵੇ, ਕ੍ਰੋਧ ਦੇ ਪ੍ਰਭਾਵ ਥੱਲੇ ਹੋਵੇ ਅਤੇ ਬਾਂਦਰ ਦੀ ਤਰ੍ਹਾਂ ਨਾਚ ਕਰਦਾ, ਉਹ ਉਸਨੂੰ ਆਪਣਾ ਵਸ ਵਿੱਚ ਨਹੀਂ ਰਹਿੰਦਾ। ਅਨਿਕ ਸਾਸੰ ਤੜੰਤ ਜਮਦੂਤੇ ਤਵ ਸੰਗੇ ਅਧਮੰ ਨਰੇ। ਇਹੋ ਜਿਹਾ ਕ੍ਰੋਧੀ ਬੰਦਾ ਫਿਰ ਉਹ ਜੰਮਾਂ ਦਾ ਸਾਥ ਹੀ ਪ੍ਰਾਪਤ ਕਰ ਸਕਦਾ ਹੈ। ਜੰਮਾਂ ਹੀ ਤਰ੍ਹਾਂ ਉਹ ਵਰਤਾਓ ਕਰਦਾ ਹੈ ਅਤੇ ਫਿਰ ਜੰਮਾਂ ਦਾ ਉਸਨੂੰ ਸਾਥ ਪ੍ਰਾਪਤ ਹੁੰਦਾ ਹੈ। ਤੋ ਇਸ ਲਈ ਇਸ ਕ੍ਰੋਧ ਤੋਂ ਬਚਣ ਦੀ ਪ੍ਰੇਰਨਾ ਹੈ ਗੁਰਬਾਣੀ ਵਿੱਚ ਵੀ। ਇਹਦਾ ਇਹ ਰੂਪ ਨਹੀਂ ਹੋਣਾ ਚਾਹੀਦਾ ਕਿ ਬੰਦਾ ਬੇਤਰਸ ਹੋ ਜਾਏ, ਬੇਰਹਿਮ ਹੋ ਜਾਏ ਔਰ ਜ਼ੁਲਮ ਕਰਨ ਲੱਗੇ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇਹ ਜਿਹੜੇ ਵਿਕਾਰ ਨੇ ਇਹ ਅਗਰ ਵਿਗੜ ਜਾਣ ਤਾਂ ਇਹ ਚਾਰੇ ਅੱਗ ਦੀਆਂ ਨਦੀਆਂ ਬਣ ਜਾਂਦੀਆਂ ਨੇ। ਹਿੰਸਾ, ਹੇਤ, ਮੋਹ, ਲੋਭ, ਲਾਲਚ ਅਤੇ ਕੋਪ, ਕ੍ਰੋਧ, ਇਹ ਚਾਰੇ ਅੱਗ ਦੀਆਂ ਨਦੀਆਂ ਬਣ ਜਾਂਦੀਆਂ ਨੇ ਜਦੋਂ ਇਹ ਵਸਤੂ ਬਾਹਰ ਹੋ ਜਾਣ। ਭਾਵੇਂ ਦੱਜੇ ਨਾਨਕਾ ਤਰੀਆ ਕਰਮੀ ਲੱਗ। ਪਰ ਜਿਹੜੇ ਇਹਨਾਂ ਅੱਗਾਂ ਵਿੱਚ ਪੈਂਦੇ ਨੇ, ਇਹ ਅਗਨੀਆਂ ਆਪਣੇ ਅੰਦਰ ਬਾਲਦੇ ਨੇ। ਇਸ ਨਦੀ ਜਿਹੜੇ ਪੈਂਦੇ ਨੇ ਉਹ ਫਿਰ ਦੱਜੇ ਭਾਵ ਸੜਦੇ ਨੇ ਇਸ ਅੱਗ ਦੇ ਵਿੱਚ। ਤਰੀਆ ਕਰਮੀ ਲੱਗ, ਰੱਬ ਦੀ ਮਿਹਰ ਕਰਮ ਹੋ ਜਾਏ ਤੋ ਉਸ ਦੇ ਰੱਬ ਦੇ ਲੜ ਲੱਗ ਕੇ, ਗੁਰੂ ਦੀ ਬਾਣੀ ਦੇ ਲੜ ਲੱਗ ਕੇ ਤਰਿਆ ਜਾ ਸਕਦਾ ਹੈ। ਟੂਟ ਪ੍ਰੀਤ ਗਈ ਬੁਰ ਬੋਲ। ਕ੍ਰੋਧ ਵੀ ਬੰਦਾ ਬੁਰੇ ਬੋਲ ਬੋਲਦਾ, ਖਰਵੇ ਬੋਲ ਬੋਲਦਾ ਅਤੇ ਬਣੀ ਹੋਈ ਪ੍ਰੀਤ ਪਿਆਰ ਵੀ ਤੋੜ ਦਿੰਦਾ, ਰਿਸ਼ਤੇ ਨਾਤੇ ਦੋਸਤਾਂ ਮਿੱਤਰਾਂ ਨਾਲ। ਮਾਥਾ ਤੇ ਕੁੱਟੀ ਦਿਸ਼ਟ ਕਰੂਰ ਬੋਲਾ ਕੌੜਾ ਜੇਬਾ ਕੀ ਫੋੜ। ਮੱਥੇ 'ਤੇ ਤ੍ਰਿਹੜੀ ਆ ਜਾਂਦੀ ਹੈ, ਕਰੂਰ ਦ੍ਰਿਸ਼ਟੀ ਹੋ ਜਾਂਦੀ ਹੈ ਅਤੇ ਬੰਦਾ ਕੋੜਾ, ਜੀਭ ਤੋਂ ਕੋੜਾ ਬੋਲਦਾ, ਫਿੱਕੇ ਬੋਲ ਬੋਲ ਕੇ ਦੂਜਿਆਂ ਦਾ ਦਿਲ ਦੁਖਾਉਂਦਾ। ਤੋ ਐਸਾ ਬੋਲ ਬੋਲਣਾ ਕ੍ਰੋਧ ਵਿੱਚ ਆਏ ਦੇ ਆਪੇ ਤੋਂ ਬਾਹਰ ਹੋ ਜਾਏ ਇਨਸਾਨ, ਇਹ ਗੁਰਮਤਿ ਵਿੱਚ ਪ੍ਰਵਾਨ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਵਿੱਚ ਇਹ ਚੀਜ਼ ਰੱਦ ਕੀਤੀ ਗਈ ਹੈ। ਜਿਤ ਬੋਲਿਆ ਪਤ ਪਾਈਆ ਸੋ ਬੋਲਿਆ ਪ੍ਰਵਾਨ। ਬੋਲ ਐਸੇ ਹੀ ਬੋਲਣੇ ਚਾਹੀਦੇ ਨੇ ਜਿਹਦੇ ਨਾਲ ਤੁਸੀਂ ਬੋਲ ਰਹੇ ਹੋ ਉਹਦੀ ਵੀ ਇੱਜ਼ਤ ਕਾਇਮ ਰਹੇ ਅਤੇ ਆਪਣੀ ਵੀ ਇੱਜ਼ਤ ਕਾਇਮ ਰਹੇ। ਜਿਤ ਬੋਲਿਆ ਪਤ ਪਾਈਆ, ਪਤ ਪਾ ਇੱਜ਼ਤ ਪ੍ਰਾਪਤ ਕਰੀਏ। ਸੋ ਬੋਲਿਆ ਪ੍ਰਵਾਨ, ਉਹ ਬੋਲਿਆ ਹੀ ਮਨਜ਼ੂਰ ਹੁੰਦਾ ਹੈ। ਫਿੱਕਾ ਬੋਲ ਵਿਗੁਚਨਾ ਸੁਣ ਮੂਰਖ ਮਨ ਅਜਾਨ। ਹੈ ਅਣਜਾਣ ਮੂਰਖ ਮਨ, ਫਿੱਕਾ ਬੋਲ ਜਿਹੜਾ ਹੈ ਇਹ ਬਰਬਾਦੀ ਹੀ ਪੈਦਾ ਕਰਦਾ, ਇਹ ਤਬਾਹੀ ਹੀ ਪੈਦਾ ਕਰਦਾ। ਫਿੱਕੇ ਬੋਲ ਨਹੀਂ ਬੋਲਣੇ। ਨੈ ਸੀਤਲੰਗ ਚੰਦਰ ਦੇਵੇ ਨੈ ਸੀਤਲੰਗ ਬਾਵਨ ਚੰਦਨੇ ਨੈ ਸੀਤਲੰਗ ਸੀਤ ਰੁਤੇਨ ਨਾਨਕ ਸੀਤਲੰਗ ਸਾਧ ਸਵਜਨੇ। ਅਸੀਂ ਅਗਰ ਆਪਣੇ ਅੰਦਰ ਨੂੰ ਠੰਡਾ ਰੱਖਣਾ, ਸ਼ਾਂਤ ਰੱਖਣਾ, ਅਤੇ ਇਤਨੀ ਚੰਦ ਦੀ ਚਾਂਦਨੀ ਠੰਡ ਨਹੀਂ ਪੈਦਾ ਕਰਦੀ, ਇਤਨੀ ਸਿਆਲੇ ਦੀ ਰੁੱਤ ਠੰਡ ਨਹੀਂ ਪੈਦਾ ਕਰਦੀ, ਇਤਨਾ ਚੰਦਨ ਕੱਸ ਕੇ ਲੋਕ ਮੱਥੇ 'ਤੇ ਲਾਉਂਦੇ ਨੇ ਵੀ ਇਹ ਠੰਡੀ ਹੁੰਦੀ ਹੈ, ਉਹ ਠੰਡ ਨਹੀਂ ਪੈਦਾ ਕਰਦੀ। ਨੈ ਸੀਤਲਿੰਗ ਮੀਤ ਰੁਤੇਨ ਨਾਨਕ ਸੀਤਲਿੰਗ ਸਾਧ ਸੋਜਨੇ। ਤੋ ਇਸ ਤਰ੍ਹਾਂ ਬੰਦਾ ਸੀਤਲ ਅਗਰ ਹੋਣਾ ਚਾਹੁੰਦਾ ਹੈ, ਨਿਮਰਤਾ ਵਿੱਚ, ਮਿਠਾਸ ਵਿੱਚ ਆਉਣਾ ਚਾਹੁੰਦਾ ਹੈ, ਤੋ ਸਾਧ ਸਵਜਨੇ, ਉਹ ਸਾਧ ਸੰਗਤ ਕਰਕੇ, ਗੁਰੂ ਦੀ ਸੰਗਤ ਵਿੱਚ ਆ ਕੇ ਹੀ ਇਸ ਕ੍ਰੋਧ ਨੂੰ ਵਸ ਕਰਕੇ ਅਸੀਂ ਕ੍ਰੋਧ ਤੋਂ ਕਈ ਕੰਮ ਲੈ ਸਕਦੇ ਹਾਂ। ਇਹ ਆਪੇ ਤੋਂ ਬਾਹਰ ਹੋ ਜਾਏ ਅਤੇ ਸਾਡੇ ਕੋਲੋਂ ਕੰਮ ਲੈਣਾ ਸ਼ੁਰੂ ਕਰ ਜਾਂਦਾ। ਮੈਂ ਇੱਕ ਬੜੀ ਸਧਾਰਨ ਜਿਹੇ ਦ੍ਰਿਸ਼ਟਾਂਤ ਦੇ ਨਾਲ ਗੱਲ ਸਮਝਾਉਣ ਦਾ ਯਤਨ ਕਰਦਾ ਆਪਣੇ ਆਪ ਨੂੰ ਅਤੇ ਸਮਾਜ ਨੂੰ।
ਕਿ ਵੀ ਅਸੀਂ ਕਦੋਂ ਕ੍ਰੋਧ ਵਿੱਚ ਆ ਤੇ ਕਦੋਂ ਉਸ ਕ੍ਰੋਧ ਨੂੰ ਅਸੀਂ ਤੇਜ਼ ਵਿੱਚ ਵਰਤਿਆ ਹੈ। ਇਹ ਥੋੜੀ ਜਿਹੀ ਮਿਸਾਲ ਹੈ। ਕਈ ਦਫਾ ਇਨਸਾਨ ਇਤਨਾ ਜ਼ਿਆਦਾ ਉਤੇਜਿਤ ਹੋ ਜਾਂਦਾ ਕ੍ਰੋਧ ਵਿੱਚ ਕਿ ਉਹ ਕੋਈ ਐਸਾ ਕੰਮ ਕਰ ਬਹਿੰਦਾ ਕ੍ਰੋਧ ਵਿੱਚ ਕਿ ਜਦੋਂ ਕ੍ਰੋਧ ਮੁੜ ਕੇ ਉਤਰਦਾ, ਇਸ ਘੋੜੇ ਤੋਂ ਉਤਰਦਾ ਤੇ ਫਿਰ ਪਛਤਾਉਂਦਾ, ਕਹਿੰਦਾ ਉਹ ਬਹੁਤ ਗਲਤੀ ਹੋ ਗਈ ਮੇਰੇ ਕੋਲੋਂ, ਗੁੱਸਾ ਚੜ੍ਹ ਗਿਆ, ਮੈਨੂੰ ਪਤਾ ਨਹੀਂ ਲੱਗਿਆ ਮੇਰੇ ਕੋਲ ਕੀ ਹੋ ਗਿਆ। ਇਹਦਾ ਮਤਲਬ ਹੈ ਉਹ ਗੁੱਸੇ ਦੇ ਪ੍ਰਭਾਵ ਵਿੱਚ ਜਦੋਂ ਨਹੀਂ ਸੀ ਉਦੋਂ ਇਹ ਕੰਮ ਉਹ ਨਹੀਂ ਸੀ ਕਰ ਸਕਦਾ, ਪਰ ਇਸ ਕ੍ਰੋਧ ਦੇ ਪ੍ਰਭਾਵ ਵਿੱਚ ਆ ਕੇ ਉਹਦੇ ਕੋਲੋਂ ਐਸਾ ਕਰਮ ਹੋਇਆ ਜਿਸ ਨੂੰ ਆਪ ਹੀ ਉਹ ਬਾਅਦ ਨਿੰਦਣਯੋਗ ਸਮਝਦਾ ਹੈ, ਆਪ ਹੀ ਉਸ ਨੂੰ ਮਹਿਸੂਸ ਹੁੰਦਾ ਕਿ ਇਹ ਮੇਰੇ ਕੋਲੋਂ ਗਲਤ ਹੋ ਗਿਆ। ਬਸ ਇਹ ਕ੍ਰੋਧ ਦੀ ਇੱਕ ਨਿਸ਼ਾਨੀ ਹੈ। ਜਦੋਂ ਕ੍ਰੋਧ ਵਿੱਚ ਸਾਡੀ ਸੁੱਧ ਬੁੱਧ ਕਾਇਮ ਨਾ ਰਵੇ, ਅਸੀਂ ਹੋਸ਼ ਹਵਾਸ ਗਵਾ ਕੇ ਕੋਈ ਐਸਾ ਕਰਮ ਕਰ ਬਈਏ ਜਿਸ ਨੂੰ ਆਮ ਅਸੀਂ ਸਧਾਰਨ ਅਵਸਥਾ ਵਿੱਚ ਨਹੀਂ ਕਰ ਸਕਦੇ, ਉਸ ਤੋਂ ਪ੍ਰੇਰਿਤ ਕਰਦੇ ਹਾਂ। ਬਸ ਇਹ ਅਵਸਥਾ ਜਿਹੜੀ ਇਹ ਕ੍ਰੋਧ ਦੀ ਅਵਸਥਾ ਹੈ। ਜੇ ਕ੍ਰੋਧ ਨੂੰ ਵਸ ਵਿੱਚ ਕਰਕੇ ਅਸੀਂ ਇਹਦੇ ਕੋਲੋਂ ਕੰਮ ਵੀ ਲੈਂਦੇ ਹਾਂ। ਮੈਂ ਇੱਕ ਆਪਣੀ ਜ਼ਿੰਦਗੀ ਦੀ ਮਿਸਾਲ ਦੇਵਾਂ ਕਿ ਮੈਂ ਪੁਲਿਸ ਦੀ ਨੌਕਰੀ ਕੀਤੀ ਹੈ। ਪੁਲਿਸ ਦੀ ਨੌਕਰੀ ਵਿੱਚ ਕਈ ਦਫਾ ਹਜੂਮਾਂ ਨਾਲ ਸਾਡਾ ਵਾਹ ਪੈਂਦਾ ਰਿਹਾ। ਪ੍ਰੋਟੈਸਟ ਕਰਨ ਵਾਲੇ ਲੋਕ ਜਲਸੇ ਜਲੂਸਾਂ ਵਿੱਚ, ਉੱਥੇ ਕਈ ਦਫਾ ਅਸੀਂ ਝੂਠਾ ਮੂਠਾ ਕ੍ਰੋਧ ਚਾੜ ਕੇ ਆਪਣੇ ਆਪ ਨੂੰ ਬੜਾ ਬਹਿੰਗੜ ਜਿਹਾ ਸਾਬਤ ਕਰਕੇ, ਬੜਾ ਰੋਹ ਵਾਲਾ ਕਰੂਰ ਸਾਬਤ ਕਰਕੇ ਲੋਕਾਂ ਨੂੰ ਡਰਾ ਕੇ ਕਿਸੇ ਗਲਤ ਕੰਮ ਤੋਂ ਰੋਕਦੇ ਸਾਂ। ਕੋਈ ਪੱਥਰਬਾਜੀ ਤੋਂ, ਕੋਈ ਅੱਗਜ਼ਣੀ ਤੋਂ ਲੋਕਾਂ ਨੂੰ ਰੋਕਦੇ ਸਾਂ। ਪਰ ਉਸਨੇ ਦੇਖਣ ਵਿੱਚ ਜੋ ਸਾਡਾ ਰੂਪ ਦਿਸਦਾ ਸੀ ਬੜਾ ਭਾਰੀ ਕ੍ਰੋਧੀ ਦਿਸਦਾ ਸੀ, ਪਰ ਅੰਦਰੋਂ ਅਸੀਂ ਕਈ ਦਫਾ ਪੂਰੀ ਪਰਹੇਜ਼ ਵਿੱਚ ਹੁੰਦੇ ਸਾਂ ਕਿ ਕਿਸੇ ਨਾਲ ਸਾਡੇ ਹੱਥੋਂ ਨਾਜਾਇਜ਼ ਨਾ ਹੋ ਜਾਏ, ਨਾਜਾਇਜ਼ ਮਾਰ ਕੁੱਟ ਨਾ ਹੋ ਜਾਏ। ਇਸ ਤਰ੍ਹਾਂ ਸਾਡਾ ਬੱਚਾ ਹੈ ਕੋਈ, ਉਸ ਨੂੰ ਸਧਾਰਨ ਕਿਸੇ ਗਲਤ ਰਾਹ 'ਤੇ ਤੁਰਦੇ ਅਸੀਂ ਪਿਆਰ ਮੁਹੱਬਤ ਨਾਲ ਸਮਝਾ ਬੁਝਾ ਕੇ ਰੋਕਦੇ, ਨਹੀਂ ਰੁਕਦਾ, ਅਤੇ ਕਹਿੰਦਾ ਅਸੀਂ ਝੂਠਾ ਮੋਟਾ ਕ੍ਰੋਧ ਚਾੜ ਕੇ ਐਸਾ ਉਹਨੂੰ ਪ੍ਰਤੀਤ ਕਰਵਾਉਂਦੇ ਹਾਂ ਕਿ ਮੈਂ ਤੈਨੂੰ ਸਿਰੋਂ ਮਾਰ ਦਿਆਂਗਾ, ਇਹ ਕਰ ਦਿਆਂਗਾ, ਉਹ ਕਰ ਦਿਆਂਗਾ, ਘਰੋਂ ਕੱਢ ਦਿਆਂਗਾ। ਤਾਂ ਉਸ ਵੇਲੇ ਜਿਹੜਾ ਅਸੀਂ ਕ੍ਰੋਧ ਕਰਦੇ ਹਾਂ, ਅਗਰ ਉਹ ਸਾਡਾ ਪੂਰਾ ਕੰਟਰੋਲ ਵਿੱਚ ਹੈ, ਅਸੀਂ ਉਹਦੇ ਤੋਂ ਕੰਮ ਲੈ ਰਹੇ ਹਾਂ। ਉਸ ਵੇਲੇ ਅਸੀਂ ਕ੍ਰੋਧ ਦੇ ਘੋੜੇ 'ਤੇ ਸਵਾਰ ਹੋ ਕੇ, ਕ੍ਰੋਧ ਸਾਡੇ 'ਤੇ ਘੋੜਾ ਬਣ ਕੇ ਨਹੀਂ ਸਵਾਰ ਹੋਇਆ ਤਾਂ ਅਸੀਂ ਕ੍ਰੋਧ 'ਤੇ ਸਵਾਰ ਹਾਂ, ਸਾਡੇ ਵਸ ਵਿੱਚ ਹੈ। ਅਤੇ ਗੁਰਬਾਣੀ ਵਿੱਚ ਵੀ ਇਸ ਚੀਜ਼ ਦੀ ਇੱਕ ਪ੍ਰੇਰਨਾ ਦਿੱਤੀ ਗਈ ਹੈ ਕਿ ਕਾਮ ਕ੍ਰੋਧ ਦੋਇ ਕਰੋ ਬਸੋਲੇ ਗੋਡੋ ਧਰਤੀ ਪਾਈ। ਕਾਮ ਅਤੇ ਕ੍ਰੋਧ ਨੂੰ ਗੁੱਡ ਨੂੰ ਬਣਾਵੋ, ਉਹ ਜਿਹਦੇ ਨਾਲ ਅਸੀਂ ਜ਼ਮੀਨ ਗੁੱਡਦੇ ਹਾਂ, ਗੁੱਡ ਨੂੰ, ਉਹਨੂੰ ਕਿ ਕਾਮ ਕ੍ਰੋਧ ਉਹ ਬਸੋਲੇ ਬਣਾ ਲਓ ਅਤੇ ਗੋਡੋ ਧਰਤੀ ਪਾਈ, ਜੀਵਨ ਦੀ ਧਰਤੀ ਨੂੰ ਗੁੱਡੋ। ਕ੍ਰੋਧ ਇਸ ਗੱਲ 'ਤੇ ਕਰੋ, ਆਪਣੇ ਆਪ 'ਤੇ ਕਰੋ ਕਿ ਮੇਰੇ ਕੋਲੋਂ ਮਾੜਾ ਕਰਮ ਕਿਉਂ ਹੋ ਰਿਹਾ, ਮੇਰਾ ਮਨ ਵਿਕਾਰੀ ਕਿਉਂ ਹੋ ਰਿਹਾ, ਇਸ ਪਾਸੇ ਕ੍ਰੋਧ ਕਰੋ। ਕ੍ਰੋਧ ਕਿਸੇ ਦੇ ਉੱਤੇ ਜ਼ੁਲਮ ਕਰਨ ਵਾਸਤੇ ਨਾ ਕਰੋ। ਇਸ ਤਰ੍ਹਾਂ ਕਾਮ ਹੈ, ਸੰਸਾਰ ਦੀ ਉਤਪਤੀ ਕਾਮ ਦੇ ਜ਼ਰੀਏ ਹੀ ਹੈ, ਇਸ ਦਾ ਵੀ ਸੰਜਮ ਵਿੱਚ ਰਹੋ। ਤਾਂ ਇਸ ਤਰ੍ਹਾਂ ਕ੍ਰੋਧ ਕੋਲੋਂ ਕੰਮ ਲੈਣਾ ਹੈ। ਕ੍ਰੋਧ ਸਾਡੇ ਕੋਲੋਂ ਨੂੰ ਕੋਈ ਗਲਤ ਕੰਮ ਕਰਾ ਜਾਏ। ਕਾਮ ਕ੍ਰੋਧ ਦੋਇ ਕੀਏ ਜਲੇਤਾ ਛੂਟ ਗਈ ਸੰਸਾਰੀ। ਕਾਮ ਕ੍ਰੋਧ ਨੂੰ ਅਸਾਂ ਐਸੇ ਢੰਗ ਨਾਲ ਸਾਧਿਆ ਕਿ ਸੰਸਾਰ ਛੁੱਟ ਗਿਆ, ਸੰਸਾਰ ਦੀ ਮੋਹ ਮਾਇਆ ਤੋਂ ਅਸੀਂ ਮੁਕਤ ਹੋ ਗਏ। ਤੋ ਗੁਰਬਾਣੀ ਵਿੱਚ ਸਾਨੂੰ ਜਿੱਥੇ ਕਾਮ ਦੀਆਂ ਵਾਸ਼ਨਾਵਾਂ ਨੂੰ ਕਾਬੂ ਵਿੱਚ ਰੱਖਣ ਦੀ ਪ੍ਰੇਰਨਾ ਹੈ, ਉੱਥੇ ਕ੍ਰੋਧ ਨੂੰ ਵੀ ਆਪਣੇ ਵਸ ਵਿੱਚ ਰੱਖਣ ਦੀ ਪ੍ਰੇਰਨਾ ਹੈ। ਕਿਉਂਕਿ ਕਾਮ ਕ੍ਰੋਧ ਦੇ ਪ੍ਰਭਾਵ ਥੱਲੇ ਆਇਆ ਇਨਸਾਨ ਨਹੀਂ ਰਹਿੰਦਾ, ਉਹ ਹੈਵਾਨ ਬਣ ਜਾਂਦਾ ਹੈ। ਉਹ ਐਸੇ ਕਰਮ ਕਰ ਬਹਿੰਦਾ ਹੈ ਜਿਹੜੇ ਧਾਰਮਿਕ ਤੌਰ 'ਤੇ ਉਸ ਨੂੰ ਇਸ ਗੱਲ ਦੀ ਆਗਿਆ ਨਹੀਂ ਹੁੰਦੀ। ਸਮਾਜ ਵਿੱਚ ਵੀ ਉਹ ਮੁਜਰਮ ਬਣ ਜਾਂਦਾ ਹੈ। ਇਹ ਜਿਤਨੇ ਹੀ ਤੁਸੀਂ ਦੇਖੋ ਕਤਲੋ ਗਾਰਤ ਹੋ ਰਹੀ ਹੈ, ਇਹ ਸਭ ਕ੍ਰੋਧ ਵਿੱਚ ਨੇ। ਉਹ ਇਸ ਕ੍ਰੋਧ ਦੇ ਕਾਰਨ ਹੀ ਇਨਸਾਨ ਕਤਲ ਕਰਦਾ, ਕਿਸੇ ਨਾਲ ਮਾਰ ਕੁਟਾਈ ਕਰਦਾ, ਕਿਸੇ ਦੀ ਲੱਤ ਬਾਂਹ ਤੋੜਦਾ। ਕ੍ਰੋਧ ਵਿੱਚ ਆਇਆ ਹੋਇਆ ਇੱਕ ਮੁਲਕ ਦੂਜੇ ਮੁਲਕ 'ਤੇ ਹਮਲਾਵਰ ਹੁੰਦਾ ਹੈ। ਛੋਟੀ ਛੋਟੀ ਗੱਲੋਂ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਖਤਮ ਕਰਨ ਦੇ ਕਾਰਨ ਬਣ ਜਾਂਦੇ ਨੇ। ਮੁਲਕ ਆਪਸ ਜਦੋਂ ਲੜਦੇ ਨੇ, ਕੌਮਾਂ ਕ੍ਰੋਧ ਵਿੱਚ ਆਈਆਂ ਇੱਕ ਦੂਜੇ ਨਾਲ ਲੜਦੀਆਂ ਨੇ, ਫਿਰਕਾ ਪ੍ਰਸਤੀ ਵਿੱਚ ਆਈਆਂ ਹੋਈਆਂ ਉਹ ਆਪਸੀ ਲੜਦੀਆਂ ਨੇ। ਤਾਂ ਇਸ ਤਰ੍ਹਾਂ ਕ੍ਰੋਧ ਵਿੱਚ ਅਗਰ ਇਨਸਾਨ ਕ੍ਰੋਧ ਨੂੰ ਵਸ ਵਿੱਚ ਰੱਖੇ ਅਤੇ ਜਿਸ ਮਸਲੇ ਨੂੰ ਅਸੀਂ ਕ੍ਰੋਧ ਨਾਲ ਹੱਲ ਕਰਨਾ ਚਾਹੁੰਦੇ ਹਾਂ, ਉਹ ਮਿਠਾਸ ਨਾਲ ਬੈਠ ਕੇ, ਪ੍ਰੇਮ ਮੁਹੱਬਤ ਨਾਲ ਬੈਠ ਕੇ, ਸੁਲ੍ਹਾ ਨਾਲ ਬੈਠ ਕੇ ਉਸ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ। ਤੋ ਗੁਰਮਤਿ ਦਾ ਇਹ ਜੋ ਸਿਧਾਂਤ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਇੱਥੇ ਇਹਨਾਂ ਪੰਜਾਂ ਵਿਕਾਰਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵਸ ਵਿੱਚ ਕਰਕੇ ਇਹਨਾਂ ਕੋਲੋਂ ਕੰਮ ਲੈਣ ਦਾ ਸਿਧਾਂਤ ਹੈ। ਇਹਨਾਂ ਦੇ ਢੇਰ ਚੜ੍ਹ ਕੇ, ਇਹਨਾਂ ਦੇ ਪ੍ਰਭਾਵ ਥੱਲੇ ਆਪਣੀ ਮਨ ਬੁੱਧੀ ਨੂੰ ਭ੍ਰਿਸ਼ਟ ਕਰਕੇ ਐਸੇ ਕਰਮ ਕਰਨ ਤੋਂ ਵਰਜਿਆ ਗਿਆ ਹੈ ਜਿਹੜੇ ਕੰਮ ਕਰਨੇ ਅਧਰਮ ਸਮਝੇ ਜਾਂਦੇ ਹਨ, ਔਰ ਜਿਨ੍ਹਾਂ ਨੂੰ ਬਾਅਦ ਕਰਕੇ ਬੰਦਾ ਖੁਦ ਪਛਤਾਉਂਦਾ ਹੈ। ਬਹੁਤ ਸਾਰੇ ਲੋਕ ਜੇਲ੍ਹਾਂ ਜਾ ਕੇ ਸੁਧਰਦੇ ਨੇ, ਸੋਚਦੇ ਨੇ ਵੀ ਮੇਰੇ ਕੋਲੋਂ ਗਲਤ ਕੰਮ ਹੋ ਗਿਆ, ਪਰ ਜਦੋਂ ਹੋਇਆ ਉਦੋਂ ਨਹੀਂ ਪਤਾ ਲੱਗਦਾ ਵੀ ਇਹ ਮੈਂ ਕੰਮ ਕਿਸ ਤਰ੍ਹਾਂ ਕਰ ਲਿਆ।
तो गुरबाणी ਅਸੀਂ ਇਸੇ ਵਾਸਤੇ ਪੜ੍ਹਨੀ ਹੈ, ਧਰਮ ਦੇ ਕੰਮ ਇਸੇ ਵਾਸਤੇ ਕਰਨੇ ਨੇ, ਸਤਸੰਗਤ ਇਸੇ ਵਾਸਤੇ ਕਰਨੀ ਹੈ, ਨਾਮ ਬਾਣੀ ਦਾ ਸਿਮਰਨ, ਪ੍ਰਭੂ ਦੀ ਨਿਰਮਲ ਭੋਗ ਭਾਵਨੀ ਮਨ ਇਸੇ ਵਾਸਤੇ ਵਸਾਉਣੀ ਹੈ ਕਿ ਅਸੀਂ ਇਸ ਤਰ੍ਹਾਂ ਆਪੇ ਤੋਂ ਬਾਹਰ ਹੋ ਕੇ ਅਧਰਮ ਦੇ ਕੰਮ ਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।